ਸੁਪਨੇ ਦੇਖ ਰਹੇ ਆ। ਅੰਮ੍ਰਿਤਸਰ ਦੇ ਲੀਡਰ ਆ ਜਾਂ ਹੋਰ ਜਿਹੜੇ ਵੱਡੇ ਲੀਡਰ ਆ ਉਹ ਨਿਤ ਬਿਆਨਬਾਜ਼ੀ ਕਰਦੇ ਵੀ ਪੰਜਾਬ 'ਚ 2022 'ਚ ਅਸੀਂ ਸਰਕਾਰ ਬਣਾਵਾਂਗੇ, ਬਲਕਿ ਉਹਨਾਂ ਦੇ ਨਾਲ ਜਿਹੜੇ ਹਮਾਇਤੀ ਆ ਉਹ ਦਿਨੋਂ ਦਿਨ ਟੁੱਟ ਰਹੇ ਨੇ। ਜਦੋਂ ਇੱਥੇ ਆ ਕੇ ਜਜ਼ਬਾ ਦੇਖਿਆ ਆਪਣੇ ਕਿਸਾਨ ਭਰਾਵਾਂ ਦਾ, ਸਾਰਿਆਂ ਨੇ ਦੇਖਿਆ ਕਿਸ ਹਾਲਾਤਾਂ 'ਚ ਕਰਕੇ ਵੀ ਆਪਣੇ ਕਿਸਾਨ ਸੰਘਰਸ਼ ਨੂੰ ਐਨ ਪੂਰਾ ਜੋੜਿਆ ਹੋਇਆ ਹੈ। ਆਪਣਾ ਜ਼ਮੀਰ ਨਹੀਂ ਮੰਨਿਆ ਕਿ ਇਸ ਨਾਲ ਇੱਕ ਦਿਨ ਵੀ ਹੋ ਰਹੀ ਹੈ, ਤਾਂ ਅੱਜ ਉਹਨੂੰ ਸਤਿ ਸ੍ਰੀ ਅਕਾਲ ਕਰਕੇ ਅਸੀਂ ਹੱਥ ਜੋੜ ਦਿੱਤੇ। ਹੁਣ ਬੀਜੇਪੀ ਦੇ ਜਿਹੜੇ ਥੰਮ ਡਿੱਗਣੇ ਸ਼ੁਰੂ ਹੋ ਗਏ ਔਰ ਬੀਜੇਪੀ ਦੀਆਂ ਜਿਹੜੀਆਂ ਪਾਰਟੀ ਦੀਆਂ ਲੱਤਾਂ ਬਾਹਾਂ ਨੇ ਉਹ ਹਿਲਣੀਆਂ ਸ਼ੁਰੂ ਹੋ ਗਈਆਂ। ਬੀਜੇਪੀ ਪਾਰਟੀ ਅੱਜ ਛੱਡਤੀ ਇੱਥੇ ਸੰਘਰਸ਼ ਦੇ ਵਿੱਚ। ਬਿਲਕੁਲ ਜੀ, ਬਿਲਕੁਲ ਬਿਲਕੁਲ ਛੱਡ ਦਿੱਤੀ ਆ। ਇੱਕ ਰੋਟੀ ਖਾਂਦੇ ਨੇ, ਰੋਜ਼ ਰੋਟੀ ਖਾਣੀ, ਸਵੇਰੇ ਉੱਠ ਕੇ ਖਾਣੀ ਹੈ। ਜੇ ਉਹ ਅੰਨਦਾਤਾ ਦੇ ਨਹੀਂ ਹੋਏ ਤਾਂ ਇਹ ਕਿਸੇ ਦੇ ਵੀ ਨਹੀਂ ਹੋ ਸਕਦੇ, ਸਗੇ ਨਹੀਂ ਹੋ ਸਕਦੇ। ਸੋਸ਼ਲ ਮੀਡੀਆ ਦੇ ਜਿਹੜੇ ਵਰਤ ਰਹੇ ਆ ਉਹ ਕਿਸਾਨੀ ਨੂੰ, ਜਿਹੜੇ ਇੱਥੇ ਆਏ ਆ ਸੰਘਰਸ਼ ਕਰ ਰਹੇ ਆ, ਕਦੀ ਉਹਨਾਂ ਨੂੰ ਵੱਖਵਾਦੀ, ਕਦੀ ਅੱਤਵਾਦੀ, ਕਦੀ ਖਾਲਿਸਤਾਨੀ, ਕਦੀ ਕੋਈ ਇਹੋ ਜਿਹੇ ਨਾਮ ਮਾਣਾ ਪੁਕਾਰੀ ਜਾਂਦੇ। ਜੇ ਸਾਨੂੰ ਪ੍ਰੋਟੈਸਟ ਕਰਨ ਦਾ ਰਾਈਟ ਨਹੀਂ, ਜੇ ਅਸੀਂ ਪ੍ਰੋਟੈਸਟ ਕਰਦੇ ਪਏ ਆ ਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਪਈਆਂ, ਇਹੋ ਜਿਹੀ ਪਾਰਟੀ ਦੇ ਵਿੱਚ ਕੋਈ ਜਿਹਦਾ ਬੇਸ ਹੁਣ ਖਤਮ ਹੋ ਚੁੱਕਾ, ਇਹ ਤੁਸੀਂ ਆਉਣ ਵਾਲੇ ਟਾਈਮ 'ਚ ਦੇਖ ਸਕਦੇ। ਇਹਨਾਂ ਨੇ ਬੇਸਲੈਸ ਹੋ ਜਾਣਾ। ਆਪਣੇ ਕਫਨ ਦੇ ਵਿੱਚ ਜਾਂ ਆਪਣੇ ਤਬੂਤ ਦੇ ਵਿੱਚ ਐਂਡਲੀ ਕਿੱਲ ਠੋਕਣਾ, ਇਹ ਜਿਹੜੇ ਕਾਲੇ ਕਾਨੂੰਨ ਆ ਇਹ ਮੋਦੀ ਸਰਕਾਰ ਦੀ, ਭਾਰਤ ਸਰਕਾਰ ਦੀ ਕਫਨ ਦੇ ਵਿੱਚ ਐਂਡਲੀ ਕਿੱਲ ਸਾਬਤ ਹੋਣਗੇ ਜੀ। ਇਹਨਾਂ ਦਾ ਬੀਜੇਪੀ ਦਾ ਵਜੂਦ ਮੁੱਕ ਜਾਣਾ। ਆਉਣ ਵਾਲੇ ਇਲੈਕਸ਼ਨਾਂ 'ਚ ਤੁਸੀਂ ਹੁਣ ਯੂਪੀ 'ਚ ਇਹਨਾਂ ਨੇ ਜੋ ਕਿਸਾਨ ਭਰਾਵਾਂ ਨੇ ਕੀਤਾ, ਉਹ ਜਵਾਬ ਇਹਨਾਂ ਨੂੰ ਬਹੁਤ ਜਲਦੀ ਮਿਲਣਾ ਸ਼ੁਰੂ ਹੋ ਜਾਣਾ ਜੀ। ਯੂਪੀ ਦੇ ਵਿੱਚ ਜਿੱਦਾਂ ਇਹ ਡਿਕਟੇਟਰਸ਼ਿਪ ਮੋਦੀ ਸਾਹਿਬ ਕਰ ਰਹੇ ਨੇ, ਇੱਦਾਂ ਇੰਦਰਾ ਜੀ ਨੇ ਵੀ ਕੀਤੀ ਸੀ। ਤੇ ਜਦੋਂ ਮੁੜ ਕੇ ਕਾਂਗਰਸ ਨੂੰ ਪੈਰਾਂ ਤੋਂ ਆਨ ਗੋਡੇ ਰਗੜਨੇ ਪਏ, ਉਹ ਸਿਰਫ ਇੱਕ ਕੌਮ ਨਾਲ ਉਹਨੇ ਪੰਗਾ ਲਿਆ ਸੀ। ਇਹ ਤਾਂ ਕੌਮ ਨੂੰ ਵੀ ਜਿਹੜੀ ਐਕਸਪੈਂਡ ਕਰ ਦਈਏ, ਇਹੋ ਆ ਕਿ ਇਹ ਜਿਹੜੇ ਬਿਆਨ ਦੇ ਰਹੇ ਕਿ ਸਰਕਾਰ ਬਣਾਵਾਂਗੇ, ਉਹਨਾਂ ਨੂੰ ਕਹਿ ਦਿਓ ਕਿ ਜਦੋਂ ਤੁਸੀਂ ਸੀਗੇ, ਤੁਸੀਂ ਮੇਅਰ ਵੀ ਰਹੇ ਸੀ, ਤੁਹਾਡੇ ਕੋਲ ਬਾਅਦ ਵਿੱਚ ਆਪਣੀ ਕੌਂਸਲਰ ਨਹੀਂ ਜਿੱਤ ਹੋਈ ਸੀ ਤੇ ਤੁਸੀਂ ਸਰਕਾਰ ਬਣਾਉਣ ਦੀ ਸੋਚਦੇ। ਸੁਪਨਾ ਆਇਆ, ਸੁਪਨੇ ਲਓ ਹੁਣ ਤੁਸੀਂ। ਉਹੀ ਪਿੰਡ ਵਿੱਚ ਵੜੂਗਾ ਜਿਹੜਾ ਕਿਸਾਨਾਂ ਨਾਲ ਖੜੂਗਾ। ਇਸ ਤਰ੍ਹਾਂ ਦੇ ਨਾਰੇ ਜਿਹੜੇ ਟਰਾਲੀਆਂ ਤੇ ਲਿਖੇ ਹੋਇਆ। ਜਿਵੇਂ ਬਾਕੀਆਂ ਨੂੰ ਭੁਲੇਖਾ ਹੈ, ਗਰੇਵਾਲ ਸਾਹਿਬ ਨੂੰ ਇੱਕ ਦਿਮਾਗ 'ਚ ਭੁਲੇਖਾ ਆ ਕਿ ਆਉਣ ਵਾਲੇ ਟਾਈਮ 'ਚ ਬੀਜੇਪੀ ਦੀ ਸਰਕਾਰ ਆ ਜਾਣੀ ਆ, ਜਾਂ ਐਂ ਰੌਲਾ ਪਾਉਣ ਨਾਲ ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲ ਜਾਣਾ। ਪਰ ਉਹਨਾਂ ਨੂੰ ਇੰਨੀ ਗੱਲ ਪਤਾ ਕਰਨੀ, ਸੋਚ ਲੈਣੀ ਚਾਹੀਦੀ ਆ, ਜਿਹੜਾ ਆਪ ਦਾ ਨਹੀਂ ਹੋਇਆ ਉਹ ਕਿਹਦਾ ਹੋਊਗਾ। ਗਰੇਵਾਲ ਸਾਹਿਬ, ਜਿਹੜੀ ਤੁਹਾਨੂੰ ਵੋਟ ਪਾਣੀ ਉਹ ਕਿਸਾਨਾਂ ਦੇ ਪੁੱਤਾਂ ਨੇ ਪਾਉਣੀ ਆ, ਤੇ ਇਹ ਨਾ ਹੋਵੇ ਕਿਸਾਨ ਦੇ ਪੋਤੀ ਸਾਹਿਬ ਆਪਣੀ ਜੁੱਤੀ ਲਾ ਕੇ ਤੁਹਾਡੇ ਪਿੰਡ 'ਚ ਤੁਹਾਡਾ ਸਵਾਗਤ ਕਰੇ। ਤੁਸੀਂ ਦੇਖ ਰਹੇ ਹੋ KTV UK। ਕਿਸਾਨ ਸੰਘਰਸ਼ ਜਿਹੜਾ ਉਹ ਭਖਿਆ ਹੋਇਆ, ਤਾਂ ਸਿਆਸੀ ਹਲਚਲ ਜਿਹੜੀ ਉਹ ਹੋਣੀ ਲਾਜ਼ਮੀ ਸੀ। ਤਾਂ ਬੀਜੇਪੀ ਪਾਰਟੀ ਜਿਹੜੀ ਕਿ ਇੱਕ ਆਪਣੀ ਗੱਲ ਦੇ ਉੱਤੇ ਵਜਦ ਹੈ ਕਿ ਕਾਨੂੰਨ ਬਹੁਤ ਚੰਗੇ ਆ, ਪਰ ਹੁਣ ਬੀਜੇਪੀ ਦੇ ਜਿਹੜੇ ਥੰਮ ਡਿੱਗਣੇ ਸ਼ੁਰੂ ਹੋ ਗਏ ਔਰ ਬੀਜੇਪੀ ਦੀਆਂ ਜਿਹੜੀਆਂ ਪਾਰਟੀ ਦੀਆਂ ਲੱਤਾਂ ਬਾਹਾਂ ਨੇ ਉਹ ਹਿਲਣੀਆਂ ਸ਼ੁਰੂ ਹੋ ਗਈਆਂ। ਤਾਂ ਪੰਜਾਬ ਦੇ ਵਿੱਚ ਬੀਜੇਪੀ ਪਾਰਟੀ ਦੇ ਬੜੇ ਵੱਡੇ ਹਮਾਇਤੀ ਔਰ ਸਰਪੰਚੀ ਜਿਹੜੀ ਉਹ ਕਰ ਰਹੇ ਆ ਪਿੰਡ ਦੇ ਵਿੱਚ, ਉਹ ਇੱਥੇ ਬੀਜੇਪੀ ਪਾਰਟੀ ਛੱਡ ਕੇ ਦਿੱਲੀ ਕਿਸਾਨ ਸੰਘਰਸ਼ ਦੇ ਵਿੱਚ ਪਹੁੰਚੇ। ਇਸ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਤੁਹਾਡਾ KTV ਤੇ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਜੀ? ਠੀਕ ਹੈ ਜੀ। ਸਭ ਤੋਂ ਪਹਿਲਾਂ ਆਪਣਾ ਨਾਮ ਔਰ ਦੱਸ ਦਿਓ, ਤੁਸੀਂ ਕਿਹੜੇ ਪਿੰਡ ਤੋਂ ਤੁਸੀਂ ਸਰਪੰਚ ਕਰ ਰਹੇ? ਮੈਂ ਭਾਜੀ ਪਿੰਡ ਸਲੇਰ ਨੂੰ ਹੁਸ਼ਿਆਰਪੁਰ ਤੋਂ ਆ। ਮੈਂ ਪੂਰਵ ਦਿਹਾਤੀ ਮੰਡਲ ਪ੍ਰਧਾਨ ਸੀ ਬੀਜੇਪੀ ਦਾ, ਤੇ ਪਹਿਲਾਂ ਸਰਪੰਚ ਵੀ ਸੀਗਾ। ਇਸ ਟਾਈਮ ਮਤਲਬ ਮਦਰ ਉੱਥੇ ਸਰਵ ਕਰ ਰਹੇ ਨੇ ਪਿੰਡ ਨੂੰ। ਤਾਂ ਤੁਸੀਂ ਬੀਜੇਪੀ ਪਾਰਟੀ ਦੇ ਵਿੱਚੋਂ ਹੈਗੇ ਮਤਲਬ? ਜੀ ਭਾਜੀ, ਸੀ ਭਾਜੀ, ਸੀ ਹੋ ਗਿਆ। ਤਾਂ ਕਦੋਂ ਛੱਡੀ ਹੈ? ਕੱਲ ਛੱਡੀ, ਅੱਜ ਛੱਡੀ? ਭਾਜੀ ਮੈਂ ਉੱਥੋਂ ਤਾਂ ਤੁਰਿਆ ਸੀ ਕਿ ਮੀਡੀਆ ਨੂੰ ਬਾਈਟ ਦੇ ਕੇ ਤੁਰਿਆ ਸੀ ਕਿ ਮੈਂ ਅਪੀਲ ਕਰਦਾ ਆ ਕਿ ਜਿਹੜੇ ਕਾਲੇ ਕਾਨੂੰਨ ਆ ਵਾਪਸ ਲਿੱਤੇ ਜਾਣ। ਪਰ ਜਦੋਂ ਇੱਥੇ ਆ ਕੇ ਜਜ਼ਬਾ ਦੇਖਿਆ ਆਪਣੇ ਕਿਸਾਨ ਭਰਾਵਾਂ ਦਾ, ਸਾਰਿਆਂ ਨੇ ਦੇਖਿਆ ਕਿਸ ਹਾਲਾਤਾਂ 'ਚ ਕਰਕੇ ਵੀ ਆਪਣੇ ਕਿਸਾਨ ਸੰਘਰਸ਼ ਨੂੰ ਐਨ ਪੂਰਾ ਜੋੜਿਆ ਹੋਇਆ ਹੈ। ਆਪਣਾ ਜ਼ਮੀਰ ਨਹੀਂ ਮੰਨਿਆ ਕਿ ਇਸ ਨਾਲ ਇੱਕ ਦਿਨ ਵੀ ਹੋ ਰਹੀ ਹੈ, ਤਾਂ ਅੱਜ ਉਹਨੂੰ ਸਤਿ ਸ੍ਰੀ ਅਕਾਲ ਕਰਕੇ ਅਸੀਂ ਹੱਥ ਜੋੜ ਦਿੱਤੇ ਜੀ। ਤਾਂ ਤੁਸੀਂ ਬੀਜੇਪੀ ਪਾਰਟੀ ਅੱਜ ਛੱਡਤੀ ਇੱਥੇ ਸੰਘਰਸ਼ ਦੇ ਵਿੱਚ? ਬਿਲਕੁਲ ਜੀ, ਬਿਲਕੁਲ ਛੱਡ ਦਿੱਤੀ ਆ। ਕੋਈ ਤਲਕ ਵਾਸਤਾ ਨਹੀਂ ਰੱਖਣਾ ਇਹੋ ਜਿਹੇ ਨਾ, ਜਿਹੜੇ ਇੱਕ ਰੋਟੀ ਖਾਂਦੇ ਨੇ, ਰੋਜ਼ ਰੋਟੀ ਖਾਣੀ, ਸਵੇਰੇ ਉੱਠ ਕੇ ਖਾਣੀ ਹੈ। ਜੇ ਉਹ ਅੰਨਦਾਤਾ ਦੇ ਨਹੀਂ ਹੋਏ ਤਾਂ ਇਹ ਕਿਸੇ ਦੇ ਵੀ ਨਹੀਂ ਹੋ ਸਕਦੇ, ਸਗੇ ਨਹੀਂ ਹੋ ਸਕਦੇ। ਤਾਂ ਜਿਹੜਾ ਅੰਨਦਾਤੇ ਦਾ ਨਾ ਹੋਇਆ, ਕਿਸੇ ਦਾ ਨਾ ਹੋਊਗਾ, ਤਾਂ ਬੀਜੇਪੀ ਛੱਡਤੀ? ਨਹੀਂ, ਅੰਨਦਾਤੇ ਦਾ ਨਹੀਂ, ਬੀਜੇਪੀ ਛੱਡ ਦਿੱਤੀ ਭਾਜੀ। ਜਿਸ ਪਾਰਟੀ ਦੇ ਸਿਧਾਂਤ ਹੀ ਖਰਾਬ ਹੋ ਚੁੱਕੇ, ਜਦੋਂ ਜੁਆਇਨ ਕੀਤੀ ਸੀ ਕਿਸੇ ਸਿਧਾਂਤਾਂ ਕਰਕੇ ਜੁਆਇਨ ਕੀਤੀ ਸੀ। ਪਹਿਲਾਂ ਠੇਸਾਂ ਪਹੁੰਚਾਈਆਂ ਇਹਨਾਂ ਨੇ। ਇਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਤੇ ਵਰਤ ਰਹੇ ਆ ਉਹ ਕਿਸਾਨੀ ਨੂੰ, ਜਿਹੜੇ ਇੱਥੇ ਆਏ ਆ ਸੰਘਰਸ਼ ਕਰ ਰਹੇ ਆ, ਕਦੀ ਉਹਨਾਂ ਨੂੰ ਵੱਖਵਾਦੀ, ਕਦੀ ਅੱਤਵਾਦੀ, ਕਦੀ ਖਾਲਿਸਤਾਨੀ, ਕਦੀ ਕੋਈ ਇਹੋ ਜਿਹੇ ਨਾਮ ਮਾਣਾ ਪੁਕਾਰੀ ਜਾਂਦੇ। ਜੇ ਸਾਨੂੰ ਪ੍ਰੋਟੈਸਟ ਕਰਨ ਦਾ ਰਾਈਟ ਨਹੀਂ, ਜੇ ਅਸੀਂ ਪ੍ਰੋਟੈਸਟ ਕਰਦੇ ਪਏ ਆ ਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਪਈਆਂ, ਇਹੋ ਜਿਹੀ ਪਾਰਟੀ ਦੇ ਵਿੱਚ ਕੋਈ ਜਿਹਦਾ ਬੇਸ ਹੁਣ ਖਤਮ ਹੋ ਚੁੱਕਾ, ਇਹ ਤੁਸੀਂ ਆਉਣ ਵਾਲੇ ਟਾਈਮ 'ਚ ਦੇਖ ਸਕਦੇ। ਇਹਨਾਂ ਨੇ ਬੇਸਲੈਸ ਹੋ ਜਾਣਾ।
ਇਹਨਾਂ ਨੇ ਬੇਸਲੈਸ ਹੀ ਇਹਨਾਂ ਦਾ ਕੋਈ ਬੇਸ ਨਹੀਂ ਰਹਿਣਾ। ਤਾਂ ਬੀਜੇਪੀ ਨੂੰ ਕਾਨੂੰਨ ਜਿਹੜੇ ਖੇਤੀ ਕਾਨੂੰਨ ਕਾਲੇ ਕਾਨੂੰਨ ਲੈ ਕੇ ਆਉਣੇ ਕਿੰਨੇ ਕੁ ਮਹਿੰਗੇ ਪੈ ਸਕਦੇ? ਇੱਕ ਪਾਸੇ ਉਹ ਸੁਪਨੇ ਦੇਖ ਰਹੇ ਆ, ਅੰਮ੍ਰਿਤਸਰ ਦੇ ਲੀਡਰ ਆ ਜਾਂ ਹੋਰ ਜਿਹੜੇ ਵੱਡੇ ਲੀਡਰ ਆ ਉਹ ਨਿੱਤ ਬਿਆਨਬਾਜ਼ੀ ਕਰਦੇ ਵੀ ਪੰਜਾਬ 'ਚ 2022 'ਚ ਅਸੀਂ ਸਰਕਾਰ ਬਣਾਵਾਂਗੇ, ਬਲਕਿ ਉਹਨਾਂ ਦੇ ਨਾਲ ਜਿਹੜੇ ਹਮਾਇਤੀ ਆ ਉਹ ਦਿਨੋਂ ਦਿਨ ਟੁੱਟ ਰਹੇ ਨੇ, ਕਿਉਂਕਿ ਜਿਹੜਾ ਕਿਸਾਨਾਂ ਦੇ ਨਹੀਂ ਹੋਊਗਾ ਉਹ ਕਿਸੇ ਦਾ ਨਹੀਂ ਹੋਊਗਾ। ਔਰ ਉਹਨਾਂ ਦੇ ਜਿਹੜੇ ਇਹ ਲੀਡਰ ਸੀਗੇ, ਸਰਪੰਚੀ ਵੀ ਇਹਨਾਂ ਨੇ ਪਹਿਲਾਂ ਕੀਤੀ, ਹੁਣ ਇਹਨਾਂ ਦੇ ਮਾਤਾ ਜੀ ਆ। ਤਾਂ ਤੁਸੀਂ ਕਿੰਨਾ ਚਿਰ ਬੀਜੇਪੀ ਪਾਰਟੀ ਵਿੱਚ ਰਹੇ ਹੋ ਜੀ? ਸਰ ਨੀਅਰਲੀ ਮੈਂ 2010 ਚ ਬਾਹਰੋਂ ਵਾਪਸ ਆਇਆ ਸੀਗਾ ਜੀ, ਉਦੋਂ ਦਾ ਮੈਂ ਪਾਰਟੀ ਦੇ ਨਾਲ ਜੁੜਿਆ ਹੋਇਆ ਜੀ। 10 ਸਾਲ ਤੁਸੀਂ ਪਾਰਟੀ ਦੇ ਵਿੱਚ ਰਹੇ, ਤਾਂ ਤੁਹਾਨੂੰ ਕਿੱਦਾਂ ਲੱਗਾ ਵੀ ਹੁਣ ਆਖਿਰ ਪਹਿਲਾਂ ਪਾਰਟੀ ਠੀਕ ਹੈ, ਪਹਿਲਾਂ ਵੀ ਹਾਲਾਂਕਿ ਜਦੋਂ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਸੀ ਬਹੁਤ ਸਾਰੀਆਂ ਥਾਵਾਂ ਤੇ ਇਹਨਾਂ ਦੇ ਉੱਤੇ ਜਿਹੜੇ ਕਿ ਸਵਾਲ ਖੜੇ ਹੁੰਦੇ ਰਹੇ ਆ, ਜਿਹੜੇ ਦੋਸ਼ ਇਲਜ਼ਾਮ ਲੱਗਦੇ ਰਹੇ ਆ ਕਿ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਬੜੇ ਵਾਅਦੇ ਕਰਦੀ ਆ, ਜਾਤੀਆਂ ਕਰਦੀ ਆ। ਤਾਂ ਇਸ ਵਾਰ ਜਿਹੜਾ ਕਿਸਾਨੀ ਵਾਲਾ ਹਮਲਾ ਹੈਗਾ, ਕਿਸਾਨੀ ਦਾ ਜਿਹੜਾ ਕਾਨੂੰਨ ਲੈ ਕੇ ਆਉਣੇ, ਕਿੱਡੀ ਕੁ ਵੱਡੀ ਜਿਹੜੀ ਇਹਨਾਂ ਦੀ ਗਲਤੀ ਸਿੱਧ ਹੋਊਗੀ ਜਿੱਦਾਂ ਤੁਸੀਂ ਪਾਰਟੀ ਛੱਡਤੀ, ਹੋਰ ਕਈ ਵੱਡੇ ਲੀਡਰ ਛੱਡ ਰਹੇ ਆ? ਭਾਜੀ ਇੱਕ ਪੰਜਾਬੀ ਚ ਕਹਿੰਦੇ ਨੇ ਆਪਣੇ ਕਫਨ ਦੇ ਵਿੱਚ ਜਾਂ ਆਪਣੇ ਤਬੂਤ ਦੇ ਵਿੱਚ ਐਂਡਲੀ ਕਿੱਲ ਠੋਕਣਾ। ਇਹ ਜਿਹੜੇ ਕਾਲੇ ਕਾਨੂੰਨ ਆ ਇਹ ਮੋਦੀ ਸਰਕਾਰ ਦੀ, ਭਾਰਤ ਸਰਕਾਰ ਦੀ ਕਫਨ ਦੇ ਵਿੱਚ ਐਂਡਲੀ ਕਿੱਲ ਸਾਬਤ ਹੋਣਗੇ ਜੀ। ਇਹਨਾਂ ਦਾ ਬੀਜੇਪੀ ਦਾ ਵਜੂਦ ਮੁੱਕ ਜਾਣਾ। ਆਉਣ ਵਾਲੇ ਇਲੈਕਸ਼ਨਾਂ 'ਚ ਤੁਸੀਂ ਹੁਣ ਯੂਪੀ 'ਚ ਇਹਨਾਂ ਨੇ ਜੋ ਕਿਸਾਨ ਭਰਾਵਾਂ ਨੇ ਕੀਤਾ ਉਹ ਜਵਾਬ ਇਹਨਾਂ ਨੂੰ ਬਹੁਤ ਜਲਦੀ ਮਿਲਣਾ ਸ਼ੁਰੂ ਹੋ ਜਾਣਾ ਜੀ। ਯੂਪੀ ਦੇ ਵਿੱਚੋਂ ਇਹਨਾਂ ਦਾ ਵਜੂਦ ਹੀ ਮੁੱਕ ਜਾਣਾ ਜੀ, ਕਿਉਂਕਿ ਇਸ ਤੋਂ ਪਹਿਲਾਂ ਐਵੇਂ ਹੀ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਪਰ ਜੋ ਸੱਚਾਈ ਹੈ ਉਹਨੂੰ ਝੁਠਲਾ ਵੀ ਨਹੀਂ ਸਕਦੇ। ਜਦੋਂ ਇਦਾਂ ਬੋਲ ਦਈਏ ਇਹ ਕਹਿ ਦਿੰਦੇ ਪੋਲੀਟੀਕਲੀ ਮੋਟੀਵੇਟਿਡ ਹੈ, ਪੋਲੀਟੀਕਲੀ ਮੋਟੀਵੇਟਡ ਨਹੀਂ ਆ। ਜਿੱਦਾਂ ਇਹ ਡਿਕਟੇਟਰਸ਼ਿਪ ਮੋਦੀ ਸਾਹਿਬ ਕਰ ਰਹੇ ਨੇ ਇਦਾਂ ਇੰਦਰਾ ਜੀ ਨੇ ਵੀ ਕੀਤੀ ਸੀ, ਤੇ ਜਦੋਂ ਮੁੜ ਕੇ ਕਾਂਗਰਸ ਨੂੰ ਪੈਰਾਂ ਤੋਂ ਆਨ ਗੋਡੇ ਰਗੜਨੇ ਪਏ ਉਹ ਸਿਰਫ ਇੱਕ ਕੌਮ ਨਾਲ ਉਹਨੇ ਪੰਗਾ ਲਿਆ ਸੀ। ਇਹ ਤਾਂ ਕੌਮ ਨੂੰ ਵੀ ਜਿਹੜੀ ਐਕਸਪੈਂਡ ਕਰ ਦਈਏ ਇਹ ਉਹ ਆ, ਪਲੱਸ ਇਹ ਉਹਨੂੰ ਦੇ ਨਾਲ ਨਾਲ ਸਾਡੀ ਕੌਮ ਤੇ ਵੀ ਪੂਰੀ ਚੰਗਾ ਉਂਗਲਾ ਚੱਕਦੇ ਪਏ ਆ। ਇੱਥੇ ਜਿੰਨੇ ਬੈਠੇ ਆ ਸਾਰੇ ਆਏ ਆ, ਮੇਰੇ ਨਾਲ ਆਏ ਜਿਹੜੇ ਭਰਾ ਮੇਰੇ ਭਾਈ ਹਿੰਦੂ ਭਰਾ ਆਏ ਸਾਰੇ ਆਏ ਆ, ਉਹਨਾਂ ਦੇ ਕੌਮ ਤੇ ਵੀ ਉਂਗਲ ਚੱਕਦੇ, ਹਰ ਪਾਸੇ ਉਂਗਲ ਚੱਕਦੇ। ਇਹਨਾਂ ਦਾ ਕੋਈ ਵਜੂਦ ਨਹੀਂ ਰਹਿਣਾ। ਬਾਕੀ ਤੁਸੀਂ ਹੁਣੀ ਗੱਲ ਕਹੀ ਆ ਕਿ ਇਹ ਜਿਹੜੇ ਬਿਆਨ ਦੇ ਰਹੇ ਕਿ ਸਰਕਾਰ ਬਣਾਵਾਂਗੇ, ਉਹਨਾਂ ਨੂੰ ਕਹਿ ਦਿਓ ਕਿ ਜਦੋਂ ਤੁਸੀਂ ਸੀਗੇ ਤੁਸੀਂ ਮੇਅਰ ਵੀ ਰਹੇ ਸੀ, ਤੁਹਾਡੇ ਕੋਲ ਬਾਅਦ ਵਿੱਚ ਆਪਣੀ ਕੌਂਸਲਰ ਨਹੀਂ ਜਿੱਤ ਹੋਈ ਸੀ ਤੇ ਤੁਸੀਂ ਸਰਕਾਰ ਬਣਾਉਣ ਦੀ ਸੋਚਦੇ, ਸੁਪਨਾ ਆਇਆ, ਸੁਪਨੇ ਲਓ ਹੁਣ ਤੁਸੀਂ। ਸਰਕਾਰ ਬਣਾਉਣ ਦਾ ਬੀਜੇਪੀ ਦਾ ਸੁਪਨਾ ਹੈ, ਅਸੀਂ ਤਾਂ ਬਾਅਦ ਚ ਕਹਿੰਦੇ ਆ। ਬੀਜੇਪੀ ਦੇ ਖੁਦ ਲੀਡਰ ਜਿਹੜੇ ਆ ਉਹ ਪਾਰਟੀ ਅੱਜ ਛੱਡੀ, ਉਹਨਾਂ ਨੇ ਕਿਸਾਨ ਸੰਘਰਸ਼ ਦੇਖ ਕੇ ਤਾਂ ਬੜਾ ਵੱਡਾ ਉਹੀ ਪਿੰਡ ਵਿੱਚ ਵੜੂਗਾ ਜਿਹੜਾ ਕਿਸਾਨਾਂ ਨਾਲ ਖੜੂਗਾ, ਇਸ ਤਰ੍ਹਾਂ ਦੇ ਨਾਅਰੇ ਜਿਹੜੇ ਟਰਾਲੀਆਂ ਤੇ ਲਿਖੇ ਹੋਏ ਆ। ਤੇ ਇੱਕ ਮੈਂ ਸਰਦਾਰ ਸਾਹਿਬ ਤੁਹਾਨੂੰ ਗੱਲ ਪੁੱਛਣੀ ਚਾਹਣਾ, ਜੂਨ ਜੁਲਾਈ ਦਾ ਅਗਸਤ ਸਤੰਬਰ ਅਕਤੂਬਰ ਨਵੰਬਰ ਆ ਗਿਆ, ਰੌਲਾ ਪੈ ਰਿਹਾ, ਇੰਨੇ ਮਹੀਨੇ ਹੋ ਗਏ, ਤੁਸੀਂ ਉਦੋਂ ਬੀਜੇਪੀ ਪਾਰਟੀ ਦੇ ਵਿੱਚ ਸੀ, ਤਾਂ ਤੁਹਾਨੂੰ ਕਿੱਦਾਂ ਦੀ ਅੰਦਰੋਂ ਕੁਝ ਸਪੋਰਟ ਜਾਂ ਕਿੱਦਾਂ ਦੀ ਅੰਦਰ ਗੱਲਾਂ ਬਾਤਾਂ ਹੁੰਦੀਆਂ ਸੀ ਵੀ ਆਪਾਂ ਇਹਨਾਂ ਕਾਲੇ ਕਾਨੂੰਨਾਂ ਦੀ ਸਪੋਰਟ ਹੀ ਕਰਨੀ ਆ, ਆਪਾਂ ਕਿਸਾਨਾਂ ਦੀ ਵਿਰੋਧਤਾ ਕਰਨੀ, ਕਿਉਂਕਿ ਬਹੁਤ ਸਾਰੇ ਲੀਡਰ ਕਿਸਾਨਾਂ ਨੂੰ ਵਿਹਲੇ ਕਹਿੰਦੇ ਆ, ਤੁਸੀਂ ਉਦੋਂ ਵਿੱਚ ਸੀ, ਜੇ ਤੁਸੀਂ ਥੋੜੀ ਬਹੁਤੀ ਅੰਦਰ ਦੀ ਗੱਲ ਦੱਸ ਸਕੋ ਤਾਂ। ਭਾਜੀ ਜ਼ਿਆਦਾ ਤਾਂ ਨਹੀਂ ਬੜਿਆ, ਪਰ ਜਿੰਨੀ ਵਾਰ ਵੀ ਮੇਰੀ ਉਹਨਾਂ ਨਾਲ ਹੋਈ ਉਹਨਾਂ ਨੂੰ ਦੱਸਿਆ ਕਿ ਮੈਂ ਖੁਦ ਕਿਸਾਨੀ ਕਿੱਤੇ ਨਾਲ ਰੱਖਦਾ ਸੰਬੰਧ, ਕਿ ਜਦੋਂ ਅਸੀਂ ਕਿਸਾਨ ਜਾਂਦੇ ਆ ਮੰਡੀਆਂ ਦੇ ਵਿੱਚ ਤਾਂ ਵੀ ਸਾਡਾ ਵਿਕ ਜਾਂਦਾ, ਜਦੋਂ ਸਾਨੂੰ ਕਿਤੇ ਬਾਹਰਲੀ ਮੰਡੀ ਜਾ ਕੇ ਵੇਚਣਾ। ਤੁਹਾਨੂੰ ਸ਼ਾਰਟ ਦੱਸਦਾ ਜੀ, ਪਿਛਲੇ ਸਾਲ ਮੈਂ ਜਿਹੜੀ ਪਿਛਲੇ ਸਾਲ ਸੀ ਇੱਕ ਕਾਲੀ ਕਣਕ ਦੀ ਬਰੀਡ ਇਹਨਾਂ ਨੇ ਕੱਢੀ ਸੀਗੀ, ਉਹ ਮੈਂ ਕਾਲੀ ਕਣਕ ਲਿੱਤੀ ਤੇ ਮੈਂ 1-2 ਕਿੱਲੇ 5 ਕਿੱਲੇ ਵੇਚੇ, ਤੇ ਉਹ ਅਜੇ ਤੱਕ ਵੀ ਮੇਰੇ ਆਪਣੇ ਪਏ, ਮੇਰੇ ਆਪਣੇ ਯਾਰ ਦੋਸਤ ਉਹ ਖਾ ਰਹੇ ਆ। ਜਦੋਂ ਮੈਂ ਜਾਂਦਾ ਸੀਗਾ ਜੇ ਕਿਤੇ ਹੋਰ, ਉਹ ਮੰਡੀ ਵਾਲਿਆਂ ਨੇ ਤਾਂ ਮੇਰੀ ਫੇਰ ਵੀ ਵਿੱਚੋਂ ਚੱਕ ਲਈ। ਜਿਹੜੇ ਉੱਦਾਂ ਕਹਿੰਦੇ ਆ ਜੀ ਉੱਧਰ ਵੇਚ ਲਓ ਉੱਧਰ ਵੇਚ ਲਓ, ਕਹਿੰਦੇ ਸੀ ਇਹ ਤਾਂ ਕਣਕ ਕੋਈ ਖਾਂਦਾ ਨਹੀਂ ਜੀ, ਕੋਈ ਲੈਣਾ ਨਹੀਂ ਦੇਣਾ, ਫਿਰ ਵੀ ਮੰਡੀ ਵਾਲੇ ਮੇਰੇ ਆੜਤੀਏ ਭਰਾ ਨੇ ਕਿਹਾ ਲਿਆ ਮੈਂ ਤੇਰੀ ਕਣਕ ਵਿਕਾਊਂਗਾ, ਉਹਨੇ ਮੇਰੀ ਕਣਕ ਵਿਕਾਈ, ਸਭ ਕੁਝ ਕਰਾਇਆ। ਤਾਂ ਮੈਂ ਫਿਰ ਉਹੀ ਪੁੱਛਣਾ ਚਾਹਣਾ, ਜਿੱਦਾਂ ਹੁਣ ਤੁਸੀਂ ਪਾਰਟੀ ਛੱਡਦੀ, ਤੁਹਾਨੂੰ ਲੱਗਾ ਵੀ ਯਾਰ ਇੱਥੇ ਮੇਰੇ ਪਰਿਵਾਰ ਬੈਠੇ, ਸਾਡੀਆਂ ਦਾਦੀਆਂ ਨਾਨੀਆਂ ਦੀ ਉਮਰ ਦੀਆਂ ਬੈਠੀਆਂ ਨੇ, ਜਿਹਨੂੰ ਬੀਜੇਪੀ ਦਾ ਆਈਟੀ ਸੈੱਲ ਵਿਕਾਊ ਤੱਕ ਕਹਿ ਰਿਹਾ, ਤੁਹਾਨੂੰ ਫੀਲ ਹੋਇਆ ਜਿੱਦਾਂ ਤੁਹਾਡੇ ਮਾਤਾ ਜੀ ਸਾਡੇ ਮਾਤਾ ਜੀ ਸਾਰੇ ਪਰਿਵਾਰ ਇੱਥੇ ਬੈਠੇ ਆ, ਜਿਹੜੇ ਅਜੇ ਵੀ ਲੋਕ ਪੰਜਾਬ ਦੇ ਲੋਕ ਬੀਜੇਪੀ ਦੀ ਹਮਾਇਤ ਕਰ ਰਹੇ ਆ, ਜਿਹੜੇ ਕਹਿੰਦੇ ਵੀ ਇਹ ਹੁਣ ਐਵੇਂ ਹੀ ਆ, ਇਹ ਤਾਂ ਵੈਸੇ ਹੀ ਬੈਠੇ ਆ ਜੀ। ਗਰੇਵਾਲ ਦੀ ਗੱਲ ਕਰ ਲਈਏ, ਦੂਜੇ ਤੀਜੇ ਦੀ ਕਰਦੇ, ਉਹਨਾਂ ਦੀ ਕਿਹੜੀ ਮਜਬੂਰੀ ਆ ਜਾਂ ਕੋਈ ਵੱਡਾ ਲਾਲਚ ਆ ਜਿਹੜਾ ਅੱਜ ਵੀ ਉਹ ਆਪਦਾ ਜਿਹੜਾ ਕਿਸਾਨੀ ਸਾਡੀ ਵਿਰਾਸਤ ਆ ਉਹਦੇ ਉਲਟ ਬਿਆਨਬਾਜ਼ੀ ਕਰ ਰਹੇ ਆ? ਭਾਜੀ ਤੁਹਾਨੂੰ ਮੈਂ ਪੱਲਾ ਵੀ ਇੱਕ ਦੱਸਿਆ ਸੀ, ਇੱਕ ਕੁਝ ਬੰਦੇ ਦਾ ਆਪਣਾ ਹੁੰਦਾ ਕਿ ਮੈਨੂੰ ਕੁਝ ਮਿਲ ਜਾਣਾ। ਗਰੇਵਾਲ ਸਾਹਿਬ ਨੂੰ ਜਿਵੇਂ ਬਾਕੀਆਂ ਨੂੰ ਭੁਲੇਖਾ ਹੈ, ਗਰੇਵਾਲ ਸਾਹਿਬ ਨੂੰ ਇੱਕ ਦਿਮਾਗ 'ਚ ਭੁਲੇਖਾ ਆ ਕਿ ਆਉਣ ਵਾਲੇ ਟਾਈਮ 'ਚ ਬੀਜੇਪੀ ਦੀ ਸਰਕਾਰ ਆ ਜਾਣੀ ਆ, ਜਾਂ ਐਂ ਰੌਲਾ ਪਾਉਣ ਨਾਲ ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲ ਜਾਣਾ। ਪਰ ਉਹਨਾਂ ਨੂੰ ਇੰਨੀ ਗੱਲ ਪਤਾ ਕਰਨੀ ਸੋਚ ਲੈਣੀ ਚਾਹੀਦੀ ਹੈ, ਜਿਹੜਾ ਆਪ ਦਾ ਨਹੀਂ ਹੋਇਆ ਉਹ ਕਿਹਦਾ ਹੋਊਗਾ। ਜਿਹੜਾ ਆਪ ਦੀ ਪਾਰਟੀ ਦੇ ਵਿੱਚੋਂ ਵੀ ਜਿਹੜੇ ਛੱਡ ਰਹੇ ਆ, ਕਈ ਛੱਡ ਚੁੱਕੇ ਆ। ਪੰਜਾਬ ਦੇ ਜਿਹੜੇ ਜਨਰਲ ਸਕੱਤਰ ਸੀ ਉਹਨਾਂ ਨੇ ਛੱਡੀ, ਯੂਥ ਦੇ ਜਨਰਲ ਸਕੱਤਰ ਨੇ ਛੱਡਤੀ, ਉਹ ਜਿਹੜੇ ਸਾਰੇ ਛੱਡ ਰਹੇ ਆ। ਤੇ ਜੇ ਗਰੇਵਾਲ ਸਾਹਿਬ ਦੇ ਦਿਮਾਗ 'ਚ ਇੱਕ ਭੁਲੇਖਾ ਆ ਕਿ ਮੈਨੂੰ ਐਮਐਲਏ ਟਿਕਟ ਮਿਲ ਜਾਣੀ ਤੇ ਮੈਂ ਐਮਐਲਏ ਬਣ ਜਾਊਂਗਾ, ਮੰਤਰੀ ਬਣ ਜਾਊਂਗਾ, ਪਰ ਗਰੇਵਾਲ ਸਾਹਿਬ ਨੂੰ ਤੁਹਾਡੇ ਮੀਡੀਆ ਚੈਨਲ ਦੇ ਥਰੂ ਮੈਂ ਉਹਨਾਂ ਨੇ ਕਹਿਣਾ ਚਾਹੁੰਦਾ, ਗਰੇਵਾਲ ਸਾਹਿਬ ਜਿਹੜੀ ਤੁਹਾਨੂੰ ਵੋਟ ਪਾਣੀ ਉਹ ਕਿਸਾਨਾਂ ਦੇ ਪੁੱਤਾਂ ਨੇ ਪਾਉਣੀ ਆ, ਤੇ ਇਹ ਨਾ ਹੋਵੇ ਕਿਸਾਨ ਦੇ ਪੁੱਤ ਹੀ ਆਪਣੀ ਜੁੱਤੀ ਲਾ ਕੇ ਤੁਹਾਡੇ ਪਿੰਡ 'ਚ ਤੁਹਾਡਾ ਸਵਾਗਤ ਕਰੇ।
ਸਵਾਗਤ ਜਿਹੜਾ ਸੱਚਮੁੱਚ ਜੁੱਤੀਆਂ ਨਾਲ ਜਾਂ ਕਾਲੀਆਂ ਝੰਡੀਆਂ ਨਾਲ ਹੋ ਰਿਹਾ ਹੈ। ਬੀਤੇ ਦਿਨ ਖੱਟੜ ਨੂੰ ਭਜਾਇਆ ਅੰਬਾਲੇ ਵਿੱਚ ਕਿੱਡਾ ਤਿੱਖਾ ਵਿਰੋਧ ਹੋਇਆ। ਇੱਕ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਬੀਜੇਪੀ ਪਾਰਟੀ ਦੇ ਵਿੱਚ ਸੀ, ਤੁਹਾਨੂੰ ਕੋਈ ਤੁਹਾਡੇ ਸੱਜਣ ਮਿੱਤਰ, ਦੋਸਤ ਮਿੱਤਰ, ਰਿਸ਼ਤੇਦਾਰ ਕਿਸੇ ਨੇ ਕਿਹਾ ਵੀ ਛੱਡ ਯਾਰ ਤੂੰ ਉਸ ਪਾਰਟੀ 'ਚ ਖਲੋਤਾ ਜਿਹੜੀ ਕਿਸਾਨਾਂ ਦੇ ਖਿਲਾਫ ਖਲੋਤੀ, ਤੁਹਾਨੂੰ ਕਦੇ ਕਿਸੇ ਨੇ ਕਿਹਾ ਪਿਛਲੇ ਦਿਨੀ? ਭਾਜੀ ਤੁਹਾਨੂੰ ਦੱਸਿਆ, ਜਦੋਂ ਮੈਂ ਘਰੋਂ ਤੁਰਨ ਵੀ ਲੱਗਾ, ਵੱਡੀ ਮੇਰੇ ਹੁਣੇ 2 ਜਵਾਕ ਵਾਹਿਗੁਰੂ ਵੱਲੋਂ ਮਿਹਰ ਹੋਈ ਸੀ। ਮੇਰੇ ਪੇਰੈਂਟਸ ਨੇ ਉਹ 2 ਹੀ ਜਵਾਕ ਮੇਰੇ ਹੱਥ 'ਚ ਫੜ ਕੇ ਮੈਨੂੰ ਅੱਗੇ ਤੋਰਿਆ, ਤੂੰ ਜਾ, ਛੱਡ ਦੇ, ਇਹੋ ਜਿਹੇ 'ਚ ਰਹਿ ਕੇ ਕੋਈ ਫਾਇਦਾ ਨਹੀਂ ਆ, ਤੁਰ ਤੇ ਅੱਗੇ ਵੱਧ। ਉਹਨਾਂ ਨੇ 2 ਹੀ ਜਵਾਕ ਮੇਰੇ ਹੱਥ 'ਚ ਫੜਾਏ। ਉਹ 2 ਜਵਾਕ ਸੁਣ ਕੇ ਮੈਂ ਤੁਹਾਡੇ ਥਰੂ ਇੱਕ ਗੱਲ ਹੋਰ ਕਹਿਣਾ ਚਾਹੂੰਗਾ। ਭਾਜੀ ਸ਼ਹੀਦੀ ਦਿਹਾੜੇ ਚੱਲਦੇ ਪਏ ਆ, 26 ਤੇ 27 'ਚ ਸਰਹੰਦ ਦੀ ਕਚਹਿਰੀ ਲੱਗੀ ਸੀ ਤੇ 27 ਤਰੀਕ ਨੂੰ ਸੂਬਾ ਸਰਹੰਦ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਾਉਣ ਦੇ ਆਰਡਰ ਦਿੱਤੇ ਸੀ। ਤੇ ਮੋਦੀ ਸਾਹਿਬ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆ, 27 ਤਰੀਕ ਨੂੰ ਮਨ ਦੀ ਬਾਤ ਤੁਸੀਂ ਵੀ ਕਰਨੀ ਆ। ਇਹ ਸੋਚ ਸਮਝ ਕੇ ਕਿਸਾਨਾਂ ਬਾਰੇ ਕੋਈ ਫੈਸਲਾ ਲਈਓ, ਉਸ ਗੁਰੂ ਦੇ ਪੁੱਤਾਂ ਲਈ ਕੋਈ ਫੈਸਲਾ ਲਈਓ। ਕਿਤੇ ਇਹ ਨਾ ਹੋਵੇ ਜਿੱਦਾਂ ਸੂਬਾ ਸਰਹੰਦ ਦੀ ਇੱਟ ਨਾਲ ਇੱਟ ਵੱਜੀ ਸੀ, ਤੁਹਾਡੀ ਸਰਕਾਰ ਦੀ, ਤੁਹਾਡੀ ਗਵਰਨਮੈਂਟ ਦੀ ਇੱਟ ਨਾਲ ਇੱਟ ਵਜਾਉਣੀ ਪੈ ਜਾਵੇ। ਬਿਲਕੁਲ ਬਿਲਕੁਲ। ਤਾਂ ਇੱਥੇ ਪਰਖਾਂ ਹੋ ਰਹੀਆਂ ਨੇ, ਬੜਾ ਵਧੀਆ ਲੱਗਿਆ। ਇੱਥੇ ਪਰਖ ਹੋ ਰਹੀ ਆ। ਇਹ ਬੀਜੇਪੀ ਪਾਰਟੀ ਦੇ ਵਿੱਚ ਸੀ, ਪਰ ਜਦੋਂ ਇਹਨਾਂ ਨੇ ਵੇਖਿਆ ਵੀ ਇੱਥੇ ਪਰਿਵਾਰ ਬੈਠੇ, ਜਦੋਂ ਘਰ ਦੇ ਵਿੱਚੋਂ ਇਹਨਾਂ ਦੇ ਪਰਿਵਾਰ ਨੇ ਇਹਨੂੰ ਨਿੱਕੇ ਬੱਚੇ ਕਿਹਾ ਵੀ ਤੁਹਾਡੇ ਬੱਚੇ ਆ, ਜੇ ਬੱਚੇ ਆ ਅੰਨ ਖਾਣਗੇ, ਕਿਸਾਨ ਨਾ ਰਹੂਗਾ ਤੇ ਸਿਆਸੀ ਪਾਰਟੀਆਂ ਕੀ ਕਰਨੀਆਂ। ਤਾਂ ਤੁਹਾਡਾ ਉਹਨਾਂ ਨੂੰ ਕੀ ਸੁਨੇਹਾ ਜਿਹੜੇ ਅਜੇ ਵੀ ਬੀਜੇਪੀ ਦੀ ਪੀਂਘ ਝੂਟਣ ਦੇ ਸੁਪਨੇ ਲੈ ਰਹੇ ਆ? ਜੇ ਕਿਸਾਨੀ ਨਾ ਬਚੀ, ਜੇ ਦੇਸ਼ ਪੰਜਾਬ ਦੀ ਹੋਂਦ ਹੀ ਨਾ ਬਚੀ, ਤਾਂ ਕੀ ਕਰਨੀ ਅਸੀਂ ਬੀਜੇਪੀ? ਭਾਜੀ ਮੈਂ ਇੰਨੀ ਬੇਨਤੀ ਕਰਾਂਗਾ, ਜੇ ਤੁਹਾਡਾ ਜ਼ਮੀਰ ਹੈ, ਜੇ ਤੁਹਾਨੂੰ ਲੱਗਦਾ ਆ, ਮੈਂ ਵੀ ਕਹਿੰਦਾ ਜੇ ਤੁਹਾਨੂੰ ਇਹ ਸੋਚ ਉੱਦਾਂ ਦੀ ਹੈਗੀ ਤੁਹਾਡੀ ਮਰਜ਼ੀ ਆ, ਪਰ ਜੇ ਸ਼ਾਮ ਨੂੰ ਜਦੋਂ ਤੁਸੀਂ ਟੀਵੀ ਦੇਖਦੇ ਹੋ, ਬਜ਼ੁਰਗ ਮਾਤਾ ਭੈਣਾਂ ਨੂੰ, ਬਜ਼ੁਰਗਾਂ ਨੂੰ ਦੇਖਦੇ ਹੋ, ਇੱਕ ਤਾਂ ਗੋਦੀ ਮੀਡੀਆ ਦਿਖਾ ਰਿਹਾ ਹੈ ਜੀ ਕਿ ਇੱਥੇ ਬਹੁਤ ਐਸ਼ ਆ, ਬਹੁਤ ਕੁਛ ਆ। ਮੈਂ ਉਹਨਾਂ ਅੱਗੇ ਇੱਕ ਬੇਨਤੀ ਕਰੂੰਗਾ, ਉਹਨਾਂ ਨੂੰ ਮੈਂ ਕਹਿੰਦਾ ਤੁਸੀਂ ਸੰਘਰਸ਼ ਦੀ ਸਪੋਰਟ ਨਾ ਕਰੋ, ਐਂਟੀ ਖੜੇ ਰਹੋ, ਪਰ ਇੱਕ ਵਾਰ ਬੇਨਤੀ ਕਰੂੰਗਾ, ਇੱਕ ਦਿਨ ਆ ਕੇ, ਸਿਰਫ ਇੱਕ ਦਿਨ ਆ ਕੇ ਇਸ ਸੰਘਰਸ਼ 'ਚ ਇੱਕ ਰਾਤ ਕੱਟ ਕੇ ਦੇਖੋ। ਜੇ ਉਹ ਇੱਕ ਰਾਤ ਕੱਟ ਕੇ ਵੀ ਉਹਨਾਂ ਦਾ ਜ਼ਮੀਰ ਰਹਿ ਜਾਊਗਾ, ਉਹ ਕਹਿ ਦੋਗੇ ਕਿ ਮੈਂ ਬੀਜੇਪੀ 'ਚ ਰਹਿਣਾ ਚਾਹੁੰਦਾ ਆ, ਤਾਂ ਉਹਨਾਂ ਦੇ ਸਰੋਪਾ ਉਹਨਾਂ ਦੇ ਘਰ ਜਾ ਕੇ ਮੈਂ ਪਾ ਕੇ ਜਾਊਂਗਾ, ਉਹਨਾਂ ਦੇ ਸਰੋਪਾ ਮੈਂ ਪਾਊਂਗਾ। ਤਾਂ ਗਰਾਊਂਡ ਰਿਐਲਿਟੀ ਵੇਖਣ ਤਾਂ ਸੀ ਵੀ ਸੰਘਰਸ਼ ਲੜਿਆ ਕਿਵੇਂ ਜਾ ਰਿਹਾ। ਬਿਲਕੁਲ ਜੀ, ਛੋਟੇ ਹੁੰਦੇ ਆਪਣੇ ਬਾਪ ਦਾਦਿਆਂ ਕੋਲ ਕਹਾਣੀ ਸੁਣੀ ਸੀ ਕਿ ਸੰਘਰਸ਼ ਕਿੱਦਾਂ ਲੜੇ ਜਾਂਦੇ, ਆਜ਼ਾਦੀ ਕਿੱਦਾਂ ਪਾਈ ਗਈ ਸੀ, ਕਿੱਦਾਂ ਨਹੀਂ। ਦਾਦਾ ਜੀ ਸਾਡੇ ਸੀਗੇ, ਜਦੋਂ ਮੈਂ 8-10 ਸਾਲ ਦੀ ਉਮਰ ਦਾ ਸੀਗਾ, ਉਦੋਂ ਉਹਨਾਂ ਕੋਲ ਕਹਾਣੀਆਂ ਸੁਣੀ ਦੀਆਂ ਸੀ, ਪਰ ਉਹ ਕਹਾਣੀਆਂ ਇੱਕ ਮਿਥਿਹਾਸ ਹੀ ਕਹਿ ਦਿੰਦੇ, ਇਤਿਹਾਸ ਹੀ ਸੀਗਾ, ਮਿਥਿਹਾਸ ਸੀਗਾ, ਆਪਾਂ ਦੇਖਿਆ ਨਹੀਂ ਸੀ। ਪਰ ਇੱਥੇ ਪਤਾ ਲੱਗਾ ਸ਼ਹੀਦ ਭਗਤ ਸਿੰਘ ਕੌਣ ਸੀ, ਕਰਤਾਰ ਸਿੰਘ ਸਰਾਭਾ ਕੌਣ ਸੀ, ਚੰਦਰ ਸ਼ੇਖਰ ਆਜ਼ਾਦ ਕੌਣ ਸੀ, ਜਿਹੜੇ ਵੀ ਆਜ਼ਾਦੀ ਦੇ ਘੁਲਾਟੀਏ ਸੀ ਉਹ ਕੌਣ ਸੀ, ਗਦਰੀ ਬਾਬੇ ਕੌਣ ਸੀ। ਇੱਥੇ ਆ ਕੇ ਪਤਾ ਲੱਗਾ ਅੰਦੋਲਨ ਕਿੱਦਾਂ ਲੜਿਆ ਜਾਂਦਾ, ਕੀ ਲੜਿਆ ਜਾਂਦਾ ਤੇ ਕਿਵੇਂ ਲੜਿਆ ਜਾਂਦਾ। ਜਿਹੜੇ ਬੀਜੇਪੀ ਵਾਲੇ ਹੁਣ ਸਵਾਲ ਕਰਦੇ ਮੀਡੀਆ ਦੇ ਵਿੱਚ ਵੀ ਉੱਥੇ ਕਿਸਾਨ ਨਹੀਂ, ਉੱਥੇ ਸਿਆਸੀ ਲੋਕਾਂ ਦੇ ਚੁੱਕੇ ਚੁਕਾਏ ਬੈਠੇ ਆ, ਉਹਨਾਂ ਨੂੰ ਤੁਸੀਂ ਹੁਣ ਪਿੰਡ ਜਾ ਕੇ, ਕਿਉਂਕਿ ਤੁਹਾਨੂੰ ਪੁੱਛਣਗੇ ਜਦੋਂ ਇਹ ਖਬਰਾਂ ਆ ਜਾਣਗੀਆਂ ਵੀ ਇਹ ਫਲਾਣੇ ਤੇ ਬੰਦੇ ਦੇ ਯਾਰ ਉਹ ਤਾਂ ਪ੍ਰਧਾਨ ਸੀ, ਉਹਨੇ ਬੀਜੇਪੀ ਛੱਡਤੀ, ਤਾਂ ਉਹਨਾਂ ਨੂੰ ਤੁਸੀਂ ਕੀ ਜਵਾਬ ਦਿਓਗੇ ਵੀ ਉੱਥੇ ਕੌਣ ਬੈਠਾ, ਕਿਹੜੀ ਪਾਰਟੀ ਦੇ ਲੋਕ ਬੈਠੇ? ਇੱਥੇ ਕਿਸਾਨ ਬੈਠਾ, ਇੱਥੇ ਕਿਸਾਨੀ ਬੈਠੀ, ਇੱਥੇ ਨਾ ਕੋਈ ਪਾਰਟੀ, ਨਾ ਕੋਈ ਸਟੇਟ, ਨਾ ਕੋਈ ਜ਼ਿਲ੍ਹਾ, ਨਾ ਕੋਈ ਜਾਤ ਤੇ ਨਾ ਕੋਈ ਬਰਾਦਰੀ ਬੈਠੀ। ਇੱਥੇ ਜਿਹੜੀ ਬੈਠੀ ਤੇ ਪੰਜਾਬ ਦੀ, ਪੂਰੇ ਭਾਰਤ ਵਰਸ਼ ਦੀ ਕਿਸਾਨੀ ਬੈਠੀ ਆ। ਇਹਨਾਂ ਦੀ ਇੱਕ ਜਾਤ, ਇੱਕ ਧਰਮ, ਇੱਕ ਆਵਾਜ਼ ਆ, ਸਾਡੀ ਕਿਸਾਨੀ ਆ, ਅਸੀਂ ਬਚਾਉਣੀ ਆ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਔਰ ਤੁਹਾਡਾ ਸਵਾਗਤ ਹੈ ਕਿਸਾਨ ਸੰਘਰਸ਼ ਦੇ ਵਿੱਚ ਪਹੁੰਚਣ ਬਹੁਤ ਧੰਨਵਾਦ ਭਾਈ ਤੁਹਾਡਾ ਜੀ, ਬਹੁਤ ਧੰਨਵਾਦ ਜੀ। ਤਾਂ KTV UK ਤੇ ਅਸੀਂ ਤੁਹਾਨੂੰ ਦਿਖਾਇਆ, ਇਹ ਸਰਪੰਚ ਸੀਗੇ ਬੀਜੇਪੀ ਦੇ, ਹੁਣ ਵੀ ਇਹ ਪਾਰਟੀ ਦੇ ਵਿੱਚ ਸੀ, ਮਾਤਾ ਜੀ ਇਹਨਾਂ ਦੇ ਅਜੇ ਵੀ ਸਰਪੰਚ ਆ, ਔਰ ਇਹ ਛੱਡ ਕੇ ਆ ਗਿਆ ਪਾਰਟੀ ਨੂੰ। ਪਰਖਾਂ ਹੋ ਰਹੀਆਂ, ਪਹਿਲਾਂ ਵੀ ਗੱਲ ਕੀਤੀ ਆ, ਪਰਖਾਂ ਹੋ ਰਹੀਆਂ, ਸ਼ਹਾਦਤਾਂ ਦੇ ਦਿਨ ਚੱਲਦੇ ਆ, ਵੇਖੋ ਕੌਣ ਪਾਸ ਹੁੰਦਾ ਇਹ ਜਿਹੜਾ ਕਿ ਪਰਖ ਦੀ ਘੜੀ ਦੇ ਵਿੱਚ ਕਿਸਾਨਾਂ ਦੇ ਨਾਲ ਕੌਣ ਖਲੋਂਦਾ, ਔਰ ਉਸ ਪਾਰਟੀ ਦੇ ਨਾਲ ਕੌਣ ਖਲੋਂਦਾ ਜਿਹੜੀ ਕਿਸਾਨਾਂ ਨੂੰ ਵਿਲੜ ਦੱਸਦੀ ਹੈ। ਧੰਨਵਾਦ, ਸ਼ੁਕਰੀਆ।